पंजाब ਦੇ ਨਵੇਂ ਬਣੇ ਸੀਐਮ ਚਰਨਜੀਤ ਸਿੰਘ ਚੰਨੀ ਦੇ ਬਾਵਜੂਦ ਸਰਕਾਰੀ ਮੁਲਾਜ਼ਮਾਂ ਦੀ ਪਰੇਸ਼ਾਨੀਆਂ ਨਹੀਂ ਹੋ ਰਹੀਆਂ ਖਤਮ। ਜਿਹੜੇ ਮੁੱਦਿਆਂ ਤੇ ਸੀਐਮ ਨੂੰ ਗੱਲ ਕਰਨੀ ਚਾਹੀਦੀ ਹੈ ਉਹਨਾਂ ਮੁੱਦਿਆਂ ਤੋਂ ਕੋਸਾਂ ਦੂਰ। ਪੇ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਹੋ ਰਹੇ ਨੇ ਧਰਨੇ। ਪੰਜਾਬ ਸਰਕਾਰ ਲਗਾਤਾਰ ਕਰ ਰਹੀ ਹੈ ਸਰਕਾਰੀ ਮੁਲਾਜ਼ਮਾਂ ਦੀ ਤਨਖਾਹਾਂ ਵਿੱਚ ਕਟੌਤੀ ਅਤੇ ਸਰਕਾਰੀ ਬ੍ਰਾਂਚਾਂ ਨੂੰ ਕੀਤਾ ਜਾ ਰਿਹਾ ਹੈ ਖਤਮ। इस तरह करके मतलब साढ़े जोड़े है घट्टो घट्ट 232 क्लर्क ते नाल सीनियर सहायक ये जोड़े है एक्सपायर हो गई पोस्टां ते इन्हां ते जिहड़ी रिवर्सन की तलवार लटक रही है। नंबर 2 इन्हां ने सरकार ने जिहड़ा पुनर्गठन की नीति दे विच जिहड़ियां साडीआं डीसी दफ्तर दीआं 6 ब्रांचां खत्म कर दित्तियां। उदों भी मंदा हाल करता। फरीदकोट जिला 1972 का बनया विआह ते जिहदे विच क्लर्कां दीआं पोस्टां ही कल्लियां 54 छड्डियां इन्हां ने। हक्कां लई जो लड़दे लोग जिन्हां तों नहीं डरदे लोग हक जिन्हां दे अपने आपे लेंगे खो हक जिन्हां दे अपने आपे लेंगे खो। मुलाजम एकता जिंदाबाद 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 पंजाब सरकार मुर्दाबाद 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 पंजाब सरकार हाय 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 काले बगले नीले मोर सारे चोर काले नीले बगले मोर सारे चोर ताज बदल दो बेईमानां दा राज बदल दो मुलाजम एकता जिंदाबाद जिंदाबाद जिंदाबाद। ਭਾਰਤ ਸੰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿੱਥੇ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਵੱਡੇ ਵੱਡੇ ਦਾਅਵੇ ਜੋ ਆਪਣੇ ਮੁਲਾਜ਼ਮਾਂ ਪ੍ਰਤੀ ਕੀਤੇ ਹਨ ਪਰ ਉਹ ਦਾਅਵੇ ਬਿਲਕੁਲ ਖੋਖਲੇ ਤੇ ਫੋਕੇ ਨਿਕਲੇ ਹਨ। ਜਿਸ ਤਰ੍ਹਾਂ ਕਿ ਆਪ ਜੀ ਨੂੰ ਦੱਸਦੀ ਕਿ ਰੈਵਨਿਊ ਡਿਪਾਰਟਮੈਂਟ ਦਾ ਪਿਛਲੇ 8 ਅਕਤੂਬਰ ਤੋਂ ਜਿਹੜੀ ਲਗਾਤਾਰ ਜਿਹੜੀ ਹੜਤਾਲ ਹੈ ਉਹ ਜਾਰੀ ਹੈ। ਔਰ ਉਸ ਸੰਬੰਧ ਦੇ ਵਿੱਚ ਕੱਲ੍ਹ ਇੱਕ ਪੰਜਾਬ ਬਾਡੀ ਲੈਵਲ ਦੀ ਜੋ ਮੀਟਿੰਗ ਸੀਮਸ ਬੁਲਾਈ ਗਈ ਸੀ ਸਰਕਾਰ ਦੇ ਨਾਲ ਜੋ ਮੀਟਿੰਗ ਕੀਤੀ ਹੈ ਉਹ ਮੀਟਿੰਗ ਦਾ ਜਿਹੜਾ ਸਿੱਟਾ ਬੇਕਾਰ ਨਿਕਲਿਆ। ਆਓ ਆਪਾਂ ਗੱਲਬਾਤ ਕਰਦੇ ਹਾਂ। ਅੱਜ ਜਿਹੜੇ ਮੁਲਾਜ਼ਮ ਐਸਡੀਐਮ ਦਫ਼ਤਰ ਜੈਤੋ ਵਿਖੇ ਬੈਠੇ ਆ ਆਓ ਗੱਲਬਾਤ ਕਰਦੇ ਉਹਨਾਂ ਨਾਲ ਕੀ ਕਹਿਣੇ ਆ ਜੋ ਕੱਲ੍ਹ ਦੀ ਮੀਟਿੰਗ ਬਾਰੇ ਔਰ ਜਿਹੜਾ ਇਹਨਾਂ ਦਾ ਅਗਲਾ ਏਜੰਡਾ ਕੀ ਹੈ। ਸਰ ਭਾਰਤ ਸੰਦੇਸ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਹੜੀ ਤੁਹਾਡੀ ਹੜਤਾਲ ਹੈ ਕਿੰਨੇ ਟਾਈਮ ਤੋਂ ਚੱਲ ਰਹੀ ਹੈ ਔਰ ਕੀ ਤੁਹਾਡੀਆਂ ਮੰਗਾਂ? ਸਰ ਸਾਡੀ ਪੰਜਾਬ ਸਟੇਟ ਮਿਨਿਸਟਰੀ ਸਰਵਿਸ ਯੂਨੀਅਨ ਵੱਲੋਂ ਮੀਟਿੰਗ ਕਰਕੇ ਸਰਕਾਰ ਨਾਲ ਇਹ ਫੈਸਲਾ ਲਿਆ ਗਿਆ ਸੀ 8 ਅਕਤੂਬਰ ਤੋਂ ਜਿਹੜੀ ਹੈ ਸਾਡੀ ਕਲਮ ਛੋੜੋ ਹੜਤਾਲ ਰਹੇਗੀ। ਪਰੰਤੂ ਸਰਕਾਰ ਨੇ ਫਿਰ 18 ਤਰੀਕ ਦੀ ਕੱਲ੍ਹ ਸਾਡੀ ਮੀਟਿੰਗ ਬੁਲਾਈ ਸੀ ਸੂਬਾ ਬਾਡੀ ਦੀ। ਸਾਨੂੰ ਪੱਤਰ 'ਚ ਕਿਹਾ ਗਿਆ ਸੀ ਕਿ ਤੁਹਾਡੀ ਮੀਟਿੰਗ ਜਿਹੜੀ ਹੈ ਮੁੱਖ ਮੰਤਰੀ ਨਾਲ ਹੋਵੇਗੀ, ਲੇਕਿਨ ਕੱਲ੍ਹ ਜਿਹੜੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਮੀਟਿੰਗ ਸਾਡੀ ਹੋਈ ਹੈ ਉਹ ਉਹੀ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਅਤੇ ਬਾਕੀ ਹੋਰ ਅਧਿਕਾਰੀਆਂ ਨਾਲ ਹੋਈ ਹੈ। ਸਾਨੂੰ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਨਹੀਂ ਦਿੱਤੀ। ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਇਹ ਹਨ ਕਿ ਜਿਹੜਾ 6ਵਾਂ ਪੇ ਕਮਿਸ਼ਨ ਦਿੱਤਾ ਗਿਆ ਬਿਲਕੁਲ ਹੀ ਜਿਹਨੂੰ ਅਸੀਂ ਨਗੂਣਾ ਕਹਿ ਸਕਦੇ ਹਾਂ ਅਤੇ ਉਹਦੇ ਵਿੱਚ ਇਹ ਹੈ ਵੀ ਇੱਕ ਸਕੂਲਾਂ ਤੋਂ ਬਾਅਦ ਜਿਹੜੇ ਕਰਮਚਾਰੀ ਭਰਤੀ ਹੋਏ ਹਨ ਉਹਨਾਂ ਨੂੰ 15% ਵਾਧੇ ਦਾ ਇਹਨਾਂ ਨੇ ਕਿਹਾ ਹੈ, ਪਰ ਉਹਨਾਂ ਨੂੰ ਨਾਲ ਇਹ ਵੀ ਕਹਿਤਾ ਕਿ ਉਹਨਾਂ ਨੂੰ ਕੋਈ ਏਰੀਅਰ ਨਹੀਂ ਦਿੱਤਾ ਜਾਵੇਗਾ। ਜਿਹੜੀ 15% ਦੀ ਕੈਲਕੂਲੇਸ਼ਨ ਹੈ ਉਹ ਅਸੀਂ ਕੱਲ੍ਹ ਪੁੱਛਿਆ ਵੀ ਕਿਸ ਤਰ੍ਹਾਂ ਕੀਤੀ ਜਾਵੇਗੀ, ਉਹ ਵੀ ਕਹਿੰਦੇ ਅਸੀਂ ਅਜੇ ਤੁਹਾਨੂੰ ਇਹ ਪ੍ਰੋਸੈਸ ਅਧੀਨ ਹੈ ਫਿਰ ਦੱਸ ਦਿਆਂਗੇ। ਇਸ ਤੋਂ ਇਲਾਵਾ ਇੱਕ ਝਾਕ ਤੋਂ ਬਾਅਦ ਜਿਹੜੇ ਭਰਤੀ ਹੋਏ ਸੀ ਉਹਨਾਂ ਨੂੰ ਜਿਹੜੀ ਪੁਰਾਣੀ ਪੈਨਸ਼ਨ ਸਕੀਮ ਦੇ ਅਧੀਨ ਲਿਆਉਣ ਦਾ ਉਹ ਸੀ ਉਹ ਵੀ ਸਰਕਾਰ ਸਾਡੀ ਕੋਈ ਸੁਣਵਾਈ ਕਰ ਰਹੀ। ਇਸ ਤੋਂ ਬਾਅਦ 1/7/20 ਤੋਂ ਬਾਅਦ ਜਿਹੜੇ ਮੁਲਾਜ਼ਮ ਸੀ ਉਹਨਾਂ 'ਤੇ 7ਵਾਂ ਪੇ ਕਮਿਸ਼ਨ ਲਾਗੂ ਕਰਤਾ। ਇਸ ਤਰ੍ਹਾਂ ਸਰਕਾਰ ਨੇ ਮੁਲਾਜ਼ਮਾਂ ਵਿੱਚ ਵੰਡੀਆਂ ਪਾ ਦਿੱਤੀਆਂ ਹਨ ਅਤੇ ਜਿਹੜਾ ਸਾਡਾ 6ਵਾਂ ਪੇ ਕਮਿਸ਼ਨ ਬਿਲਕੁਲ ਰੋਲ ਕੇ ਰੱਖਤਾ। ਇਸ ਕਰਕੇ ਅਸੀਂ ਹੜਤਾਲ ਕਰਨ ਲਈ ਮਜਬੂਰ ਹੋਏ। ਜਿਹੜੀ ਇਹ ਤੁਹਾਡੀ ਹੜਤਾਲ ਆ ਹੁਣ ਇਹ ਕਿੰਨੀ ਤਰੀਕ ਤੱਕ ਹੜਤਾਲ ਹੈ ਤੇ ਸਰਕਾਰ ਹਜੇ ਤੁਹਾਡੀ ਕਿੰਨੀਆਂ ਕੁ ਮੰਗਾਂ ਮੰਨਣ ਨੂੰ ਤਿਆਰ ਔਰ ਕਿੰਨੀਆਂ ਕੁ ਜਿਹੜੀਆਂ ਤੁਹਾਡੀਆਂ ਰਹਿ ਗਈਆਂ? ਇਹਦੇ ਵਿੱਚੋਂ ਜਿਹੜੀ ਹੜਤਾਲ ਤੋਂ ਲੈ ਕੇ ਜਿਹੜੀਆਂ ਮੰਗਾਂ ਤੋਂ ਤੁਸੀਂ ਬੈਠੇ ਹੋ ਇਹ ਤੁਹਾਡੀਆਂ ਕਿਹੜੀਆਂ ਮੇਨ ਮੰਗਾਂ? ਸਰ ਸਾਡੀਆਂ ਮੇਨ ਮੰਗਾਂ ਦਾ 6ਵਾਂ ਪੇ ਕਮਿਸ਼ਨ ਹੈ, ਪੁਰਾਣੀ ਪੈਨਸ਼ਨ ਬਹਾਲ ਕਰਨੀ, ਕੱਚੇ ਮੁਲਾਜ਼ਮ ਜਿਹੜੇ ਪੱਕੇ ਕਰਨੇ, ਇਹੀ ਮੰਗਾਂ ਨੇ। ਫਿਲਹਾਲ ਸਾਡੀ ਜਿਹੜੀ ਹੈ ਸੂਬਾ ਬਾਡੀ ਵੱਲੋਂ ਕੱਲ੍ਹ ਜਿਹੜਾ ਐਲਾਨ ਕੀਤਾ ਗਿਆ ਕਿ ਇਹ ਜਿਹੜੀ 8 ਤਰੀਕ ਤੋਂ ਸਾਡੀ ਹੜਤਾਲ ਚੱਲ ਰਹੀ ਹੈ ਇਹ 24 ਤਰੀਕ ਤੱਕ ਚੱਲੇਗੀ ਅਤੇ 24 ਤਰੀਕ ਨੂੰ ਫਿਰ ਔਨਲਾਈਨ ਮੀਟਿੰਗ ਕਰਕੇ ਜਾਂ ਵਰਚੁਅਲ ਮੀਟਿੰਗ ਕਰਕੇ ਅਗਲਾ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ। ਜਿਸ ਤਰ੍ਹਾਂ ਦੇਖਿਆ ਜਾਵੇ ਇੱਕ ਪਾਸੇ ਸਰਕਾਰ ਐਲਾਨ ਕਰ ਰਹੀ ਹੈ ਕਿ ਕਿਸੇ ਨੂੰ ਤਕਲੀਫ ਨਹੀਂ ਆਉਣ ਦਿੱਤੀ ਕੰਮਾਂ ਕਰਨ ਨੂੰ ਲੈ ਕੇ, ਅਤੇ ਰੈਵਨਿਊ ਡਿਪਾਰਟਮੈਂਟ ਵਿੱਚ ਸਭ ਇੱਕ ਇਹੋ ਜਿਹਾ ਵਿਭਾਗ ਹੈ ਜਿੱਥੇ ਹਰ ਇੱਕ ਪਬਲਿਕ ਨੂੰ ਡੀਲਿੰਗ ਵਾਸਤੇ ਪਬਲਿਕ ਡੀਲਿੰਗ ਸਭ ਤੋਂ ਜ਼ਿਆਦਾ, ਅਤੇ ਅੱਜ ਪਬਲਿਕ ਹੈਰਾਨ ਹੋ ਰਹੀ ਹੈ। ਇਹਦੇ ਬਾਰੇ ਕੀ ਕਹਿਣਾ ਤੁਸੀਂ? ਪਹਿਲੀ ਗੱਲ ਤਾਂ ਇਹ ਸਾਡੀ PSMU ਦੀ ਹੜਤਾਲ ਹੈ। ਬਾਕੀ ਤੁਸੀਂ ਜਿਹੜੀ ਰੈਵਨਿਊ ਡਿਪਾਰਟਮੈਂਟ ਦੀ ਗੱਲ ਕੀਤੀ ਹੈ, DC ਦਫ਼ਤਰਾਂ 'ਚ ਸਾਡੇ ਕੋਲੇ ਸਟਾਫ ਦੀ ਬਹੁਤ ਘਾਟ ਸੀ। ਅਸੀਂ ਸਰਕਾਰ ਤੋਂ ਸਟਾਫ ਮੰਗ ਰਹੇ ਸੀ, ਸਰਕਾਰ ਨੇ ਸਾਨੂੰ ਸਟਾਫ ਤਾਂ ਕੀ ਦੇਣਾ ਸੀ, ਉਲਟਾ ਸਾਡੇ DC ਦਫ਼ਤਰਾਂ ਦੀਆਂ 6 ਬ੍ਰਾਂਚਾਂ ਬਿਲਕੁਲ ਖਤਮ ਕਰਕੇ ਮਰਜ ਕਰਤੀਆਂ, ਜਿਹਦੇ ਵਿੱਚ GP ਫੰਡ ਬ੍ਰਾਂਚ ਹੈ,
1 ਤੇ 2 ਹੈ, ਬਜਟ ਬ੍ਰਾਂਚ ਹੈ, ਆਪਣੇ ਰਿਕਾਰਡ ਰੂਮ ਦੀ ਹੈ ਤੇ LFA ਹੈ। ਇਸ ਤਰ੍ਹਾਂ ਕਰਕੇ ਮਤਲਬ ਸਾਡੇ ਜਿਹੜੇ ਹੈਗਾ ਘੱਟੋ ਘੱਟ 232 ਕਲਰਕ ਤੇ ਨਾਲ ਸੀਨੀਅਰ ਸਹਾਇਕ ਇਹ ਜਿਹੜੇ ਹੈਗੇ ਆ ਸਪੇਅਰ ਹੋਈਆਂ ਪੋਸਟਾਂ ਤੇ ਇਹਨਾਂ ਤੇ ਜਿਹੜੀ ਹੈ ਰਿਵਰਸ਼ਨ ਦੀ ਤਲਵਾਰ ਲਟਕ ਰਹੀ ਆ। ਇੱਕ ਪਾਸੇ ਸਰਕਾਰ ਕਰੀਏ ਅਸੀਂ ਘਰ ਘਰ ਰੁਜ਼ਗਾਰ ਦੇਵਾਂਗੇ, ਦੂਸਰੇ ਪਾਸੇ ਰੀਸਟਰਕਚਰਿੰਗ ਦੇ ਨਾਂ 'ਤੇ ਇਹ ਰੁਜ਼ਗਾਰ ਦੇਣਾ ਤਾਂ ਕਿਸੇ ਰੁਜ਼ਗਾਰ ਹੋ ਰਹੀ ਤੇ ਹੁਣ ਇਹੀ ਹੈ। ਅਸੀਂ ਤਾਂ ਸਟਾਫ ਮੰਗ ਰਹੇ ਸੀ, ਬਿਲਕੁਲ ਨਹੀਂ। ਅੱਛਾ, ਦੂਜੇ ਪਾਸੇ ਜਿਨ੍ਹਾਂ ਤੇ ਕੋਈ ਇਹਨਾਂ ਦਾ ਸਰਕਾਰ ਦਾ ਲੱਗਦਾ ਨਹੀਂ, ਪ੍ਰਮੋਸ਼ਨਾਂ ਸਾਡੀਆਂ ਆਈਆਂ। ਸਾਡੀਆਂ ਮੁਲਾਜ਼ਮ ਨੂੰ ਜ਼ਿੰਦਗੀ 'ਚ ਕੀ ਚਾਹੀਦਾ? ਪ੍ਰਮੋਸ਼ਨਾਂ ਚਾਹੀਦੀਆਂ। ਉਹ ਸਾਡੀਆਂ ਪ੍ਰਮੋਸ਼ਨਾਂ ਵੀ ਨਹੀਂ ਕਰ ਰਹੀ, ਜਿਨ੍ਹਾਂ 'ਚ ਸਰਕਾਰ ਦਾ ਕੋਈ ਖਾਸ ਖਰਚਾ ਨਹੀਂ ਹੈਗਾ। ਤੋ ਇਹੀ ਹੈ ਵੀ ਜੇ ਸਾਡੀ ਸਰਕਾਰ ਨੇ ਨਾ ਮੰਨੀ ਤਾਂ ਅਸੀਂ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ, ਜਿਹਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ। ਸੋ ਇਹ ਸਨ ਮੁਲਾਜ਼ਮ ਜਥੇਬੰਦੀ ਦੇ ਆਗੂ ਜੈਤੋ ਤੋਂ। ਜਿਸ ਤਰ੍ਹਾਂ ਇਹਨਾਂ ਨੇ ਸਾਰੀ ਵਿਸਥਾਰ ਨਾਲ ਦੱਸਿਆ ਕਿ ਕੱਲ੍ਹ ਅਸੀਂ ਜਿਹੜੀ ਮੀਟਿੰਗ ਦੇ ਵਿੱਚ ਗਏ ਹਾਂ ਔਰ ਸਾਡੀ ਸਰਕਾਰ ਨੇ ਕਿਸੇ ਤਰ੍ਹਾਂ ਕਿਸੇ ਵੀ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਔਰ ਜਿਹੜਾ ਇਹ ਡਿਪਾਰਟਮੈਂਟ ਹੈ, ਜਿਸ ਤਰ੍ਹਾਂ DC ਆਫਿਸ ਦੇ ਵਿੱਚ ਜਿੰਨੇ ਵੀ ਪਬਲਿਕ ਦੇ ਕੰਮ ਹੈ ਉਹ ਸਭ ਤੋਂ ਜ਼ਿਆਦਾ DCO ਦੇ ਆਫਿਸ ਨਾਲ ਰਿਲੇਟਡ ਕੰਮ ਹੈਗੇ, ਭਾਵੇਂ ਤਹਿਸੀਲਦਾਰ ਦਫ਼ਤਰ ਹੋਵੇ, ਭਾਵੇਂ SDM ਦਫ਼ਤਰ ਹੋਵੇ ਤੇ ਭਾਵੇਂ DC ਆਫਿਸ ਹੋਵੇ। ਸੋ ਹੁਣ ਦੇਖਣਾ ਇਹ ਹੋਏਗਾ ਕਿ ਸਰਕਾਰ ਇੱਕ ਪਾਸੇ ਜਿੱਥੇ ਪਬਲਿਕ ਨੂੰ ਖੁਸ਼ ਕਰਨ ਵਾਸਤੇ ਵੱਡੇ ਵਾਅਦੇ ਕਰ ਰਹੀ ਹੈ, ਵੱਡੇ ਉਹਨਾਂ ਨੂੰ ਲੋਲੀਪੌਪ ਦੇ ਰਹੀ ਹੈ, ਲੇਕਿਨ ਹੁਣ ਅਗਲਾ ਦੇਖਣਾ ਇਹ ਹੋਏਗਾ ਕਿ ਸਰਕਾਰ ਮੁਲਾਜ਼ਮਾਂ ਨੂੰ ਖੁਸ਼ ਕਰਨ ਤੋਂ ਬਾਅਦ ਜਿਹੜਾ ਕਿ ਪਬਲਿਕ ਡੀਲਿੰਗ ਨੂੰ ਕਿੱਦਾਂ ਅੱਗੇ ਪਬਲਿਕ ਦਾ ਸਹਿਯੋਗ ਕਰੇਗੀ। ਸਰ, ਤੁਸੀਂ ਤਹਿਸੀਲ ਪੱਧਰ ਦੇ ਜਿਹੜੀ ਜੈਤੋ ਤਹਿਸੀਲ ਕੰਪਲੈਕਸ ਦੀ ਨੁਮਾਇੰਦਗੀ ਕਰਦੇ ਹੋ ਪ੍ਰਧਾਨਗੀ ਤੌਰ ਤੇ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਵਿੰਦਰ ਸਿੰਘ ਹੈ ਜੀ। ਮੈਂ ਸਾਊਥ ਡਿਵੀਜ਼ਨ ਜੈਤੋ ਇੰਪਲਾਈ ਯੂਨੀਅਨ ਦਾ ਪ੍ਰੈਜ਼ੀਡੈਂਟ ਵੀ ਹਾਂ ਜੀ। ਤੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ, ਤੁਸੀਂ ਸਾਡੀ ਸੁਣਨ ਵਾਸਤੇ ਆਏ, ਕਿਉਂਕਿ ਸਰਕਾਰ ਤਾਂ ਸੁਣ ਨਹੀਂ ਰਹੀਗੀ। ਸਾਡੀਆਂ ਗੱਲਾਂ ਜੇ ਅਸੀਂ ਕਰਾਂਗੇ ਲੋਕਾਂ ਤੱਕ ਤਾਂ ਹੀ ਪਹੁੰਚਣਗੀਆਂ। ਸਾਰਿਆਂ ਨੂੰ ਵੱਡੀ ਗੱਲ ਸੁਣਿਆ ਅਸੀਂ ਵੀ ਲੋਕ ਤੰਗ ਹੋ ਰਹੇ ਆ, ਅਸੀਂ ਮੰਨਦੇ ਹਾਂ ਲੋਕ ਤੰਗ ਹੋ ਰਹੇ ਆ, ਪਰ ਅਸੀਂ ਵੀ ਕੀ ਕਰੀਏ। ਮੈਂ 1994 ਵਿੱਚ ਭਰਤੀ ਹੋਇਆ ਸੀਗਾ ਜੈਤੋ। ਉਸ ਟਾਈਮ ਸਬ ਤਹਿਸੀਲ ਸੀਗੀ, ਫਰੀਦਕੋਟ ਸਬ ਡਿਵੀਜ਼ਨ ਸੀ। ਫਰੀਦਕੋਟ ਤਹਿਸੀਲ ਦੇ ਵਿੱਚ ਘੱਟੋ ਘੱਟ 22-23 ਕਲਰਕ ਹੁੰਦੇ ਸੀ, 18-19 ਸੇਵਾਦਾਰ ਹੁੰਦੇ ਸੀ, ਸਟਾਫ ਹੁੰਦਾ ਸੀ, ਕੰਮ ਚੱਲਦਾ ਸੀ, ਬੜਾ ਸਮੂਥਲੀ ਚੱਲਦਾ ਸੀ। 31/8/1995 ਦੀ ਜੈਤੋ ਸਬ ਡਿਵੀਜ਼ਨ ਬਣੀ ਆ, ਉਦੋਂ ਤੋਂ ਲੈ ਕੇ ਹੁਣ ਤੱਕ ਇੱਥੇ ਜਿਹੜਾ ਸਟਾਫ ਆ ਉਹ ਸਬ ਤਹਿਸੀਲ ਵਾਲਾ ਹੀ ਆ। 6 ਕਲਰਕਾਂ ਦੀਆਂ ਪੋਸਟਾਂ, SDM ਦਫ਼ਤਰ ਦੇ ਵਿੱਚ 2 ਕਲਰਕਾਂ ਦੀਆਂ ਪੋਸਟਾਂ। ਵੀ ਇੱਥੇ ਸਾਨੂੰ ਸਟਾਫ ਕਿਉਂ ਨਹੀਂ ਦੇ ਰਹੇ? ਇੱਕ ਪਾਸੇ ਸਰਕਾਰ ਵਾਅਦੇ ਕਰ ਰਹੀ ਆ ਵੀ ਅਸੀਂ ਘਰ ਰੁਜ਼ਗਾਰ ਦੇਵਾਂਗੇ, ਅਸੀਂ ਹੋਰ ਭਰਤੀ ਕਰਾਂਗੇ। ਭਰਤੀ ਕਰੋ, ਅਸੀਂ ਕਹਿੰਦੇ ਹਾਂ। ਨੰਬਰ 2, ਇਹਨਾਂ ਨੇ ਸਰਕਾਰ ਨੇ ਜਿਹੜਾ ਪੁਨਰ ਗਠਨ ਦੀ ਨੀਤੀ ਦੇ ਵਿੱਚ ਜਿਹੜੀਆਂ ਸਾਡੀਆਂ DC ਦਫ਼ਤਰ ਦੀਆਂ 6 ਬ੍ਰਾਂਚਾਂ ਖਤਮ ਕਰ ਦਿੱਤੀਆਂ। ਪੁਨਰ ਗਠਨ ਦਾ ਮਤਲਬ ਕੀ ਹੁੰਦਾ ਜੀ? ਆਬਾਦੀ ਚੈੱਕ ਕੀਤੀ ਜਾਂਦੀ ਆ, ਸ਼ਹਿਰ ਦੀ ਲਾ ਲਓ ਜਾਂ ਜ਼ਿਲ੍ਹੇ ਦੀ ਲਾ ਲਓ। ਆਬਾਦੀ ਚੈੱਕ ਕਰਨ ਤੋਂ ਬਾਅਦ ਫਿਰ ਉਹਦਾ ਪੁਨਰ ਗਠਨ ਕੀਤਾ ਜਾਂਦਾ ਵੀ ਇੱਥੇ ਹੋਰ ਕਿੰਨੇ ਸਟਾਫ ਦੀ ਲੋੜ ਆ ਜਾਂ ਇਹ ਆ। ਇਹ ਸਾਡੀ ਪਹਿਲੀ ਸਰਕਾਰ ਆ ਜਿਹਨੇ ਸਾਕੇ ਸਾਡੀਆਂ 6 ਬ੍ਰਾਂਚਾਂ ਹੀ ਖਤਮ ਕਰ ਦਿੱਤੀਆਂ। ਨਵੀਂ ਪੋਸਟ ਸਾਡੇ ਕ੍ਰੀਏਟ ਕੀਤੀ ਗਈ ਆ ADC UD ਦੀ, ਅਰਬਨ ਡਿਵੈਲਪਮੈਂਟ ਦੀ। ਉਹ ਅਰਬਨ ਡਿਵੈਲਪਮੈਂਟ ਨੂੰ ਚਲਾਊਗਾ ਕੌਣ? ਇਕੱਲੇ ADC ਸਾਹਿਬ ਚਲਾ ਸਕਦੇ ਆ। ਜੇ ਉੱਥੇ ਇੱਕ ਅਫਸਰ ਲਾ ਦਿੰਦੇ ਆਪਾਂ, ਉਹਨੂੰ ਵੀ DC ਦਫ਼ਤਰ ਦੇ ਸਟਾਫ ਨਹੀਂ ਚਲਾਉਣਾ, ਜਦੋਂ ਕਿ ਉਸ ਦੀ ਕੜੀ ਸਭ ਤੋਂ ਵੱਡੀ ਸਾਡੀ LFA ਬ੍ਰਾਂਚ ਆ। LFA ਬ੍ਰਾਂਚ ਜੇ ਰਹੂਗੀ ਤਾਂ ADC UD ਦੀ ਪੋਸਟ ਚੱਲੂਗੀ, ਅਦਰਵਾਈਜ਼ ਸਾਨੂੰ ਤਾਂ ਨਹੀਂ ਲੱਗਦਾ ਵੀ ਬਿਨਾਂ ਉਹਦੇ ਤੋਂ ਚੱਲ ਜੂਗੀ। ਇਸ ਕਰਕੇ ਸਰਕਾਰ ਨੂੰ ਸਾਡੀ ਬੇਨਤੀ ਹੈ ਵੀ ਜਿਹੜੀਆਂ ਸਾਡੀਆਂ ਬ੍ਰਾਂਚਾਂ ਖਤਮ ਕੀਤੀਆਂ, ਬ੍ਰਾਂਚਾਂ ਬਹਾਲ ਕੀਤੀਆਂ ਜਾਣ। 1995 ਦੇ ਨਾਰਮ ਮੁਤਾਬਕ ਅਸੀਂ ਸਟਾਫ ਮੰਗ ਰਹੇ ਹਾਂ। ਉਸ ਟਾਈਮ DC ਦਫ਼ਤਰ ਦੇ ਵਿੱਚ ਸਾਡੇ ਘੱਟੋ ਘੱਟ 150 ਪੋਸਟ ਹੁੰਦੀ ਸੀ ਇੰਪਲਾਈ ਦੀ, ਕੱਲੇ ਦਰਜਾ 3 ਮੁਲਾਜ਼ਮਾਂ ਦੀ, ਤੇ ਦਰਜਾ 4 ਦੀ ਘੱਟੋ ਘੱਟ 100-125 ਪੋਸਟ ਹੋ ਗਈ ਸੀ। ਤੇ ਹੁਣ ਇਹਨਾਂ ਨੇ ਤਾਂ ਚੱਕ ਕੇ ਉਦੋਂ ਵੀ ਮੰਦਾ ਹਾਲ ਕਰਤਾ। ਫਰੀਦਕੋਟ ਜ਼ਿਲ੍ਹਾ 1972 ਦਾ ਬਣਿਆ ਵਿਆਹ, ਤੇ ਜਿਹਦੇ ਵਿੱਚ ਕਲਰਕਾਂ ਦੀਆਂ ਪੋਸਟਾਂ ਹੀ ਇਕੱਲੀਆਂ 54 ਛੱਡੀਆਂ ਇਹਨਾਂ ਨੇ। ਉਸ ਦੇ ਨਾਲ ਹੁਣ ਕੀ ਹੈ, ਜਿਹੜੇ ਸਾਡੇ ਸਾਥੀ ਕਲਾਸ 4 ਤੋਂ ਪ੍ਰਮੋਟ ਹੋਏ ਆ ਜਾਂ ਕਲਾਸ 3 ਤੋਂ ਪ੍ਰਮੋਟ ਹੋ ਕੇ ਹੈੱਡ ਕਲਰਕ ਬਣੇ ਆ, ਉਹਨਾਂ ਦੇ ਉੱਤੇ ਰਿਵਰਸ਼ਨ ਦੀ ਤਲਵਾਰ ਲਟਕਣ ਲੱਗ ਗਈ ਵੀ ਉਹਨਾਂ ਨੂੰ ਰੁਜ਼ਗਾਰ ਗਾਂਹ ਦਾ ਕੀ ਦੇਣਾ ਸੀਗਾ, ਉਹਨਾਂ ਤੋਂ ਜਿਹੜਾ ਉਹ ਦਿੱਤਾ ਉਹ ਵੀ ਖੋਇਆ ਜਾ ਰਿਹਾ। ਇਹ ਸਰਕਾਰ ਦੇ ਵਾਅਦੇ ਆ ਸਾਡੇ। ਫਿਰ ਸਾਡੀ ਪੇ ਕਮਿਸ਼ਨ ਦੀ ਮੰਗ ਆ। ਹਰ ਸਰਕਾਰ 10 ਸਾਲ ਬਾਅਦ ਆਪਦੇ ਮੁਲਾਜ਼ਮਾਂ ਦੀ ਪੇ ਕਮਿਸ਼ਨ ਦਿੰਦੀ ਆ। DA ਸਾਡਾ ਹੱਕ ਆ। ਸਾਡਾ ਇਹ ਪਹਿਲੀ ਗੱਲ ਤਾਂ DA ਦੱਬੀ ਬੈਠੀ। ਹਰ 6 ਮਹੀਨੇ ਬਾਅਦ ਮਹਿੰਗਾਈ ਦੇ ਉੱਤੇ ਹੁੰਦੀ ਆ, ਗਨਾਕ ਅੰਕ ਨਿਕਲਦਾ, ਉਸ ਹਿਸਾਬ ਨਾਲ ਸਾਨੂੰ DA ਦੀ ਦਿੱਤੀ ਜਾਂਦੀ ਆ। ਲੇਕਿਨ ਸਾਡਾ ਵਿੱਤ ਮੰਤਰੀ ਸਾਨੂੰ DA ਦੀ ਅੱਗੇ ਰਾਜੀ ਨਹੀਂ ਕਰਦਾ। ਹੁਣ ਪੇ ਕਮਿਸ਼ਨ ਦੀ ਜਿਹੜੀ ਰਿਪੋਰਟ ਦਿੱਤੀ ਇਹਨਾਂ ਨੇ ਜਮਾਂ ਨਗੂਣੀ ਦਿੱਤੀ ਜੀ। ਉਹਦੇ ਵਿੱਚ ਇਹਨਾਂ ਨੇ ਇਹ ਚਾਹਿਆ ਵੀ ਮੁਲਾਜ਼ਮਾਂ ਨੂੰ ਕੱਖ ਵੀ ਨਾ ਮਿਲੇ। ਸਾਡੇ ਸਾਥੀਆਂ ਨੇ ਜੋ ਬਿੱਲ ਕਲਰਕ ਦਾ ਕੰਮ ਕਰਦੇ ਆ ਜਾਂ ਹੋਰ, ਉਹਨਾਂ ਨੇ ਦੇਖਿਆ ਸਾਰਾ ਗਨਾਕ ਲਾ ਕੇ ਕਿੰਨੇ ਤਾਂ ਮੁਲਾਜ਼ਮ ਨੂੰ ਬਕਾਇਆ ਮਿਲਣਾ ਸੀ, ਉਲਟਾ ਇਹ ਮੁਲਾਜ਼ਮ ਨੂੰ ਰਿਕਵਰੀ ਪੈ ਰਹੀ ਹੈ। ਇਹੋ ਜਿਹਾ ਸਾਨੂੰ ਪੇ ਕਮਿਸ਼ਨ ਦਿੱਤਾ ਜੀ। ਕਿਤੇ ਮੁਲਾਜ਼ਮ ਦੀ ਤਨਖਾਹ ਵਧਣੀ ਸੀ, ਇਹ ਉਲਟਾ ਘਟ ਰਹੀ ਹੈ।
ਇਹੋ ਜਿਹੀ ਸਾਡੀ ਸਰਕਾਰ ਆ, ਸਾਡਾ ਵਿੱਤ ਮੰਤਰੀ ਸਾਡੇ ਨਾਲ ਕਰ ਰਿਹਾ। ਕੈਮਰਾ ਪਰਸਨ ਲਖਵਿੰਦਰ ਬਾਜੇ ਦੇ ਨਾਲ ਭਾਰਤ ਸੰਦੇਸ਼ ਹੁਕਮਚੰਦ ਜੈਤੋ।